ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਟਾਕ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ। ਹੁਣ ਗੱਲ ਕਰਾਂਗੇ ਅਸੀਂ ਆਉਣ ਵਾਲੀ ਡਿਵੈਲਪਮੈਂਟ ਦੀ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੁਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਸੈਂਟਰ ਸਟੇਟ ਰਿਲੇਸ਼ਨਸ਼ਿਪ ਜੀ ਦੇ ਗੱਲ ਕਰੀਏ, ਜਿਹੜੀ ਆਉਣ ਵਾਲੀ ਸਥਿਤੀ ਹੈ ਪੰਜਾਬ ਦੀ ਅਗਲੇ 5 ਸਾਲ ਹੈ, ਇਹ ਰਿਲੇਸ਼ਨ ਕਿੱਦਾਂ ਦੇ ਰਹਿਣਗੇ ਤੇ ਇਹਦਾ ਇੰਪਲੀਕੇਸ਼ਨ ਕੀ ਹੋਊਗਾ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ? ਦੇਖੋ, ਇਹ ਬੜਾ ਕ੍ਰਿਟੀਕਲ ਇਸ਼ੂ ਰਹੇਗਾ ਐਜ਼ ਵੀ ਡਿਸਕਸ ਯੈਸਟਰਡੇ ਕਿ ਹੁਣ ਕੀ ਹੈ ਕਿ ਅੱਜ ਦੀ ਡੇਟ 'ਚ ਕਿਸੇ ਵੀ ਸਟੇਟ ਨੂੰ ਸਿਰਫ ਅੱਜ ਉਹ ਜ਼ਿਆਦਾ ਇੰਪੋਰਟੈਂਟ ਬਿਕੋਜ਼ ਆਫ ਦ GST ਰਿਜਾਈਮ ਤੇ ਜਿਵੇਂ ਇੰਟੀਗ੍ਰੇਸ਼ਨ ਹੁੰਦੀ ਜਾ ਰਹੀ ਆ, having good relations with the central government is very very critical to get your projects approved, to get finance, ਤੇ especially a state like Punjab ਜਿਨ੍ਹਾਂ ਦੇ ਉੱਤੇ ਡੈਟ ਦਾ ਇੰਨਾ ਜ਼ਿਆਦਾ ਬੋਝ ਹੈਗਾ। ਸਾਡੀ ਡੈਟ ਤੇ ਸਟੇਟ GDP ਰੇਸ਼ੋ 42% ਹੈ ਤੇ ਵਿਚ ਇਜ਼ ਵਨ ਆਫ ਦੀ ਵਰਸਟ ਇਨ ਇੰਡੀਆ। ਤੇ ਜੇ ਵੱਡੀ ਸਟੇਟਸ ਦੀ ਗੱਲ ਕਰਾਂ ਤੇ ਹਾਈਐਸਟ ਹੈਗੀ ਆ। ਤੇ ਕੁਝ ਛੋਟੀਆਂ ਸਟੇਟਸ ਨੇ ਬਟ ਉਹਨਾਂ ਦੇ ਅਲੱਗ ਰੀਜਨ ਨੇ, ਜਿਵੇਂ ਜੰਮੂ ਕਸ਼ਮੀਰ ਦੇ ਅਲੱਗ ਰੀਜਨ ਰਹੇ ਨੇ। ਸੋ ਵੀ ਆਰ ਵਨ ਆਫ ਦੀ ਫਾਈਨੈਂਸ਼ੀਅਲੀ ਵਰਸਟ ਪਰਫਾਰਮਿੰਗ ਸਟੇਟਸ। 3 ਲੱਖ ਸਮਥਿੰਗ ਕਰੋੜ ਦਾ ਸਾਡੇ ਉੱਤੇ ਲੋਨ ਹੈ। ਹਾਊ ਵੀ ਆਰ ਏਬਲ ਟੂ ਰੀਪੇ ਦੈਟ ਲੋਨ, ਹਾਊ ਵੀ ਆਰ ਏਬਲ ਟੂ ਜਨਰੇਟ ਰਿਸੋਰਸਿਸ ਹੈ ਬੜਾ ਇੰਪੋਰਟੈਂਟ ਰਹੇਗਾ। ਹੁਣ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵਧੀਆ ਓਪਰਚੁਨਿਟੀ ਮਿਲੀ ਹੈ ਐਂਡ ਵੀ ਕੰਗ੍ਰੈਚੁਲੇਟ ਦੈਮ ਫॉर ਵਿਨਿੰਗ ਦਿਸ ਵੰਡਰਫੁਲ ਮੈਂਡੇਟ। ਸਾਡੇ ਲੋਕਾਂ ਨੇ ਜੇ ਚੁਣਿਆ ਤਾਂ ਕੁਝ ਸੋਚ ਸਮਝ ਕੇ ਚੁਣਿਆ, ਵੀ ਨੀਡ ਦੈਟ ਚੇਂਜ। ਹੁਣ ਉਹਨਾਂ ਨੂੰ ਬੇਸਿਕਲੀ ਇਸ 'ਤੇ ਖਰਾ ਉਤਰਨਾ ਹੈ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਕਿ ਪੰਜਾਬ ਸ਼ੁੱਡ ਬੀ ਸ਼ੋਨ ਐਜ਼ ਦੀ ਜਿਹੜਾ ਉਹ ਇੱਕ ਡਰੀਮ ਪ੍ਰੋਜੈਕਟ ਦਿਖਾਣਾ ਚਾਹੁੰਦੇ ਨੇ ਕਿ ਦਿਸ ਇਜ਼ ਹਾਊ ਵੀ ਰਨ ਅ ਸਟੇਟ, ਜੋ ਦਿੱਲੀ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਕਰ ਪਾਏ ਬਿਕੋਜ਼ ਦਿੱਲੀ ਗਵਰਨਮੈਂਟ ਦੇ ਕੁਝ ਆਪਣੀਆਂ ਲਿਮਿਟੇਸ਼ਨ ਹੁੰਦੀਆਂ ਨੇ। ਹੇਅਰ ਦੇ ਵਿਲ ਹੈਵ ਨੋ ਐਕਸਕਿਊਜ਼। ਤੇ ਜੇ ਇੱਥੇ ਉਹਨਾਂ ਨੂੰ ਇਸ ਵੇਲੇ ਆਪਣੀ ਜਿਹੜੀ ਪੋਲੀਟੀਕਲ ਡਿਫਰੈਂਸਿਸ ਨੂੰ ਛੱਡ ਕੇ ਪੰਜਾਬ ਦੀ ਪ੍ਰੋਗਰੈਸ, ਆਈ ਹੋਪ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਪੰਜਾਬ ਦੇ ਉੱਤੇ ਜ਼ਿਆਦਾ ਫੋਕਸ ਕਰਨ ਰੈਦਰ ਦੈਨ ਦੀ ਪੋਲੀਟੀਕਲ ਡਿਫਰੈਂਸਿਸ ਔਰ ਟੇਕਿੰਗ ਔਨ BJP। ਦੇਖੋ, ਈਜ਼ੀਐਸਟ ਥਿੰਗ ਟੂ ਡੂ ਵਿਲ ਬੀ ਕਿ ਬਈ ਸਾਨੂੰ ਸੈਂਟਰਲ ਗਵਰਨਮੈਂਟ ਨੇ ਨਹੀਂ ਕਰਨ ਦਿੱਤਾ। ਯੂ ਆਰ running the state, you have to figure out a way कि किवें सेंट्रल गवर्नमेंट को करवाना है। rather than being in a confrontational mode, इस वेले सानू समझदारी दिखानी है कि आप सेंटर तो जो जो बेनिफिट अपनी स्टेट लिए लेने ने। मैं तो कहना तुसीं सब तो पहला जाओ PM साहब नू आप इनवाइट करो, उन्होंने कहो कि सर पिछली बारी जो तुहाडा असी इत्थे रस्ता रोकिया गया, वी ऑन बिहाफ ऑफ पंजाबीज वी फील कि तुसीं दोबारा आओ तो ਜਿਹੜੀਆਂ ਤੁਸੀਂ ਅਨਾਉਂਸਮੈਂਟ ਸਾਡੇ ਲਈ ਕਰਨੀਆਂ ਸੀ ਉਹ ਹੁਣ ਕਰਕੇ ਜਾਓ। दैट वुड बी अ मोर स्ट्रैटेजिक, इस वे टैक्टफुल तो स्ट्रैटेजिक होकर चलना पएगा क्योंकि आम आदमी पार्टी कुड बी दी फेस ऑफ ओपोजिशन इन फ्यूचर। तो हुण किन्ने डिप्लोमैटिक, किन्ने समझदार ते किन्ना फोरसाइटेड होकर चलते हैं, यह वेखण योग है। सर, दिल्ली मॉडल की तुसीं गल कीती है, आप्स दिल्ली मॉडल लेड टू इट्स विक्ट्री इन पंजाब, पर पंजाब मॉडल की जे गल करिए किन्नी की डिफिकल्टी आ सकती है आप पार्टी नूं? देखो, पहली गल है कि जे तुसीं दिल्ली मॉडल नूं रेप्लीकेट करने की कोशिश करोगे यू विल फेल मिजरेबली। Delhi and Punjab are very different, needs are different, situation is different, the kind of resources we have access to is very different। ਉੱਥੇ ਕਾਫੀ ਚੀਜ਼ਾਂ ਤੇ ਸੈਂਟਰਲ ਗਵਰਨਮੈਂਟ ਦੀਆਂ ਰਿਸਪੌਂਸਿਬਿਲਿਟੀ ਬਣ ਜਾਂਦੀਆਂ। here everything will be in your hand। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਇੱਕ ਮਿਲਿਆ ਹੋਇਆ ਲੈਗੇਸੀ ਪ੍ਰੋਬਲਮ ਮਿਲੀ ਆ। ਮੈਂ ਆਮ ਆਦਮੀ ਪਾਰਟੀ ਦੇ ਲਈ ਇੱਕ ਵਰੀ ਵੀ ਆ ਕਿ ਉਹਨਾਂ ਨੂੰ ਇੱਕ ਲੈਗੇਸੀ ਪ੍ਰੋਬਲਮ ਮਿਲੀ ਹੈ ਸਾਡੇ ਉੱਤੇ ਡੈਟ ਦੀ, ਸਾਡੇ ਉੱਤੇ ਇੰਡਸਟਰੀ ਜਿਹੜੀ ਗਰੋਥ ਡਿੱਗੀ ਪਈ ਆ, ਵੀ ਆਰ ਸਾਡੀ ਐਗਰੀਕਲਚਰ ਇਨਕਮ ਸਟੈਗਨੈਂਟ ਹੋ ਰੱਖੀ ਹੈ, ਐਜੂਕੇਸ਼ਨ ਲੈਵਲ ਡਾਊਨ ਹੈ, ਹੈਲਥ ਲੈਵਲ ਵੀ ਸਾਡੇ ਇੱਥੇ ਡਾਊਨ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨੂੰ ਮੱਦੇ ਨਜ਼ਰ ਰੱਖਦੇ ਇਫ ਦੇ ਬਲਾਈਂਡਲੀ ਟਰਾਈ ਟੂ ਫੋਲੋ ਦਿੱਲੀ ਮਾਡਲ, ਕੋਈ ਚਾਂਸ ਹੀ ਨਹੀਂ ਹੈ ਸਕਸੈਸਫੁਲ ਹੋਣ ਦਾ। So they have to create a Punjab model because now they are running a full-fledged state which is a border state which has very complex and different kind of problem ਉਹਨਾਂ ਦੀਆਂ ਹੈਗੀਆਂ ਨੇ। ਤੇ ਇਸ ਕਰਕੇ it can't be ਕਿ ਬਈ ਦਿੱਲੀ ਮਾਡਲ ਠੀਕ ਹੈ ਤੁਸੀਂ ਆਪਣੀ ਕੈਂਪੇਨ 'ਚ ਬੋਲਿਆ ਪਰ don't try to implement that, ਹੈ ਨਾ। one size fit all ਵਾਲੀ ਗੱਲ ਇੱਥੇ ਨਹੀਂ ਚੱਲ ਸਕਦੀ। ਸਹੀ ਤਰੀਕੇ ਨਾਲ ਡਾਟਾ ਐਕਿਊਮੂਲੇਟ ਕਰਨਾ ਕਿ ਬਈ ਗਰਾਊਂਡ ਲੈਵਲ ਤੋਂ ਇਨਫੋਰਮੇਸ਼ਨ ਕਿਵੇਂ ਸਹੀ ਤਰੀਕੇ ਨਾਲ ਆਵੇ, ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਆਪਣੇ ਜਿਹੜੇ ਤੁਹਾਡੇ IAS ਅਫਸਰ ਨੇ ਉਹਨਾਂ ਕੋਲ ਕੰਮ ਲੈਣਾ ਕਿ ਹਰ IAS ਅਫਸਰ ਦੀ ਆਫਕੋਰਸ ਗਵਰਨਮੈਂਟ ਕੋਲ ਫੀਡਬੈਕ ਹੁੰਦੀ ਆ, ਕਿਹੜੇ ਪਰਫਾਰਮਰਸ ਨੇ ਕਿਹੜੇ ਨਾਨ ਪਰਫਾਰਮਰਸ ਨੇ ਆਈਡੈਂਟੀਫਾਈ ਕਰਨਾ, ਕੀ ਏਰੀਆਜ਼ ਆਈਡੈਂਟੀਫਾਈ ਕਰੋ। ਭਗਵੰਤ ਮਾਨ ਜੀ ਨੇ ਕਿਹਾ ਕਿ 1 ਮਹੀਨੇ 'ਚ ਤੁਹਾਨੂੰ ਡਿਫਰੈਂਸ ਨਜ਼ਰ ਆਏਗਾ ਤਾਂ ਵੀ ਵਿਲ ਵੇਟ ਕਿ ਉਹ ਕੀ ਸਟ੍ਰੈਟਜੀ ਬਣਾਉਂਦੇ ਨੇ, ਹੈ ਨਾ। ਇਟ ਕਾਂਟ ਬੀ ਕਿ ਵੀ ਇਹ ਵੀ ਕਰ ਦਿਓ ਉਹ ਵੀ ਕਰ ਦਿਓ, ਪ੍ਰਾਇਓਰਟਾਈਜ਼ ਕਰਕੇ ਇੱਕ ਸਟੈਪ ਲੈ ਕੇ ਚੱਲਣਾ ਪਏਗਾ। ਸਰ, UP ਅਸੈਂਬਲੀ ਇਲੈਕਸ਼ਨ ਦੀ ਜੇ ਗੱਲ ਕਰੀਏ ਤਾਂ ਇਹ 1985 ਤੋਂ ਬਾਅਦ ਪਹਿਲੀ ਵਾਰੀ ਹੋਇਆ ਵੀ ਕੋਈ ਪਾਰਟੀ ਦੂਜੀ ਵਾਰੀ ਕੰਜ਼ੈਕਟਿਵਲੀ ਜਿੱਤੀ ਹੈ। ਸਰ, ਜਿਹੜਾ ਯੋਗੀ ਕਮਬੈਕ ਹੈ ਇਹਦੇ ਪਿੱਛੇ ਕੀ ਰੀਜ਼ਨਸ ਹੋ ਸਕਦੇ ਆ? There are multiple reasons। देखो, BJP has become the political force in India। ਮੈਨੂੰ ਲੱਗਦਾ ਹਿਸਟੋਰੀਕਲੀ ਇੰਨੀ ਪਾਵਰਫੁਲ ਪੋਲੀਟੀਕਲ ਫੋਰਸ ਇੰਡੀਆ 'ਚ ਕਦੀ ਹੋਈ ਨਹੀਂ।
ਮੈਂ ਜੇ ਪਿਛਲੇ ਕਈ ਸਾਲਾਂ ਦੀ ਗੱਲ ਕਰਾਂ, ਮੈਂ ਆਮ ਨਾਟ ਟਾਕਿੰਗ ਅਬਾਊਟ ਜਸਟ ਪੋਸਟ ਇੰਡੀਪੈਂਡੈਂਸ ਹੁੰਦੇ, ਡੈਮੋਕ੍ਰੈਟਿਕ ਸਿਸਟਮ ਹੈ। ਜਿਵੇਂ ਦੇਖੋ ਪਹਿਲਾਂ ਰਾਜੇ ਜਾਂ ਮੁਗਲ ਸ਼ਾਸਨ ਜਾਂ ਕੋਈ ਵੀ ਸੀ, ਦੇ ਵਰ ਆਲ ਪੋਲੀਟੀਕਲ ਫੋਰਸਿਸ ਆਲਸੋ ਐਟ ਦੀ ਸੇਮ ਟਾਈਮ, ਹੈ ਨਾ। ਤੇ ਇਟ ਇਜ਼ ਆਈ ਥਿੰਕ ਦੀ ਮੋਸਟ ਪਾਵਰਫੁਲ, ਬਿਕੋਜ਼ ਹੁਣ ਇੰਡੀਆ ਵੀ ਬੜਾ ਮਜ਼ਬੂਤ ਹੈ, ਇੰਡੀਆ ਵੱਡਾ ਵੀ ਹੈ, ਇੰਟੀਗ੍ਰੇਟਿਡ ਵੀ ਹੈ, ਸੋ ਦੇਰ ਲੋਟ ਆਫ ਥਿੰਗਸ ਟੂ ਇਟ। ਬਟ ਹੁਣ ਚੈਲੰਜ ਇਹ ਹੈਗਾ ਕਿ ਉਹ ਹਾਂ ਬੇਸਿਕਲੀ ਆਪਾਂ ਗੱਲ ਕਿ ਵਟ ਵਾਸ ਦੀ ਰੀਜ਼ਨ ਫॉर द ਰਿਪੀਟ। ਹੁਣ ਉਹਦੇ ਮਲਟੀਪਲ ਰੀਜ਼ਨ ਹੁੰਦੇ ਨੇ, ਰਾਈਟ। BJP has 3 pillars on which they make their strategies. One is development, right? ਹੁਣ ਉਹਨਾਂ ਨੇ ਇੱਕ ਚੌਥਾ ਵੀ ਐਡ ਕਰਤਾ, ਵੈਲਫੇਅਰ। ਸੈਕੰਡ ਇਜ਼ ਉਹਨਾਂ ਦਾ ਹੈਗਾ ਨੈਸ਼ਨਲਿਜ਼ਮ। ਫੋਰਥ ਪਾਰਟ ਜਿਹੜਾ ਉਹਨਾਂ ਦਾ ਇੱਕ ਹੋਰ ਚੌਥਾ ਪਾਰਟ ਜਿਹੜਾ ਹੈਗਾ, ਦੈਟ ਇਜ਼ ਅਗੇਨ ਮੈਜੋਰਿਟਿਜ਼ਮ, ਕਿ ਬਈ ਮੈਂ ਕਰਾਂ ਕਿ ਹਿੰਦੂ ਵੋਟ ਨੂੰ ਵੀ ਉਹ ਕੇਟਰ ਕਰਦੇ ਨੇ। ਦੇ ਆਰ ਸੀਨ ਐਸ ਅ ਪੋਲੀਟੀਕਲ ਪਾਰਟੀ ਵਿਚ ਇਜ਼ ਫॉर ਹਿੰਦੂਸ। ਸਟ੍ਰੈਟਜਿਕਲੀ ਇਹ 3-4 ਮੇਜਰ ਪਲੈਂਕਸ ਨੇ ਜਿਨ੍ਹਾਂ ਨੂੰ ਲੈ ਕੇ ਉਹ ਚੱਲਦੇ ਨੇ, ਤੇ ਜਿਹਦੇ ਕਾਰਨ ਉਹ ਅਲਟੀਮੇਟਲੀ ਮੋਸਟ ਆਫ ਦ ਇਲੈਕਸ਼ਨਸ ਦੇ ਡੂ ਵੈਲ। ਤੇ ਹੁਣ ਅਨਫੋਰਚੂਨੇਟਲੀ ਕਿਉਂਕਿ ਆਪਾਂ ਚਾਹਾਂਗੇ ਵੀ ਕੰਗ੍ਰੈਚੁਲੇਟ them ਫॉर देयर ਵਿਕਟਰੀ, ਇਟਸ ਨਾਟ ਦੈਟ ਵੀ ਆਰ ਅਨਹੈਪੀ ਵਿਦ देयर ਵਿਕਟਰੀ, ਬਟ ਓਪੋਜੀਸ਼ਨ ਵੀ ਸਟਰੋਂਗ ਹੋਣੀ ਚਾਹੀਦੀ ਆ। ਓਪੋਜੀਸ਼ਨ ਨੂੰ ਵੀ ਉਹਨਾਂ ਡਿਫੀਟਿਸਟ ਤੇ ਬੇਸਿਕਲੀ ਜਿਹੜੇ ਸਿਨਿਸਿਸਟ ਵਿਊ ਛੱਡਣਾ ਪਏਗਾ। ਜਨਤਾ ਸਮਝ ਚੁੱਕੀ ਹੈ। ਤੁਸੀਂ ਕਿੰਨਾ ਓਪੋਜੀਸ਼ਨ ਨੇ ਕਿਹਾ ਕਿ ਬਈ ਇਹ ਤੇ ਮਤਲਬ ਕਿ ਹਜੇ ਵੀ ਮੀਮਸ ਬਣ ਰਹੇ ਨੇ ਕਿ ਲੋਕੀ ਨਹੀਂ ਸਮਝਦੇ, ਹਜੇ ਵੀ ਨਾ ਦੇ ਆਰ ਨਾਟ ਅੰਡਰਸਟੈਂਡਿੰਗ। ਉਹਨਾਂ ਨੂੰ ਲੱਗਦਾ ਬਈ ਲੋਕੀ ਬੇਵਕੂਫ ਨੇ, ਇਹਨਾਂ ਦਾ ਤਾਂ ਨੁਕਸਾਨ ਹੋ ਰਿਹਾ, ਫਿਰ ਵੀ ਕਰੀ ਜਾ ਰਹੇ ਨੇ। ਲੋਕੀ ਬੇਵਕੂਫ ਨਹੀਂ ਨੇ, ਦੇ ਅੰਡਰਸਟੈਂਡ ਵਟ ਦੇ ਆਰ ਗੈਟਿੰਗ। ਉੱਥੇ ਲਾਅ ਐਂਡ ਆਰਡਰ ਇੰਨਾ ਵਧੀਆ ਹੋਇਆ, everyone has said that law and order is better in UP। ਤੇ law and order ਤੋਂ ਬਿਨਾਂ ਕੋਈ UP ਗਰੋਥ ਕਿਵੇਂ ਹੁੰਦੀ? ਹੁਣ UP ਦਾ ਗਰੋਥ ਰੇਟ ਦੇਖੋ, is one of the highest in the country। ਉਸ ਤੋਂ ਬਾਅਦ ਤੁਸੀਂ ਵੇਖੋ infrastructure, the kind of infrastructure, airports that people look at Yogi's clothing and they think he is ਮਤਲਬ ਕਿ he is just a religious person ਜਾਂ religious identity ਹੀ ਹੈ, but he thinks like a CEO। ਉਹਨਾਂ ਨੇ ਜਿੰਨਾ ਇਨਫਰਾਸਟਰਕਚਰ, ਜਿੰਨੀ ਵਿਜ਼ਨ, 5 ਏਅਰਪੋਰਟ ਦਾ ਪਲਾਨ ਚੱਲਦਾ ਪਿਆ, ਜਿਸ ਤਰ੍ਹਾਂ ਯੂਨੀਵਰਸਿਟੀਜ਼ ਮੈਡੀਕਲ ਕਾਲਜਸ ਦਾ ਪਲਾਨ ਕਰਦੇ ਪਏ ਨੇ, ਹੀ ਥਿੰਕਸ ਲਾਈਕ ਦੈਟ। ਤੇ ਉਹਦੇ ਰਿਜ਼ਲਟ ਤੇ ਦੂਜਾ ਐਤਕੀ ਤੁਸੀਂ ਸ਼ਾਇਦ ਨੋਟ ਵੀ ਕੀਤਾ ਹੋਏਗਾ ਕਿ ਵੂਮਨ ਹੈਵ ਰੀਅਲੀ ਕਾਸਟਡ ਵੋਟ। ਹੁਣ ਆਪਾਂ ਅਜੇ ਤੱਕ ਐਤਕੀ ਕਾਸਟ ਬੇਸਡ ਵੋਟ ਨਹੀਂ ਹੋਈ, ਰਿਲੀਜੀਅਨ ਕਮਿਊਨਿਟੀ ਤੋਂ ਲੋਕੀ ਉੱਠ ਚੁੱਕੇ ਨੇ, ਜੈਂਡਰ ਬੇਸਡ ਨੀਡਸ ਨੇ। 40 ਹੁਣ ਜੇ ਮੈਂ ਮੇਲ ਤੇ ਫੀਮੇਲ ਵੋਟਸ ਡਿਫਰੈਂਸ ਗੱਲ ਕਰਾਂ, ਵੂਮਨ ਨੇ 8% ਐਕਸਟਰਾ ਵੋਟ ਦਿੱਤੀ ਹੈ SP ਤੋਂ, ਸਮਾਜਵਾਦੀ ਪਾਰਟੀ ਤੋਂ। ਇਟ ਮੀਨਸ ਦੇ ਆਰ ਬੈਨੀਫਿਸ਼ਰੀਜ਼ ਆਫ ਦੇਅਰ ਵੈਲਫੇਅਰ ਸਕੀਮਸ। ਜਿਹੜੀ ਉਹਨਾਂ ਦੀਆਂ ਵੈਲਫੇਅਰ ਸਕੀਮਸ ਆਈਆਂ ਉਹਦੇ ਬੈਨੀਫਿਸ਼ਰੀ ਵੂਮਨ ਰਹੇ ਨੇ, ਉਹਨਾਂ ਨੂੰ ਬੈਨੀਫਿਟ ਮਿਲਿਆ, ਭਾਵੇਂ ਉਹ ਸਿਲੰਡਰ ਦੀ ਗੱਲ ਹੋਈ ਹੈ, ਭਾਵੇਂ ਉਹ ਰਾਸ਼ਨ ਦੀ ਗੱਲ ਹੋਈ ਹੈ, ਦੇ ਹੈਵ ਬੈਨੀਫਿਟਡ, ਅਤੇ ਉਹਨਾਂ ਨੇ ਜਾ ਕੇ ਵੋਟ ਕੀਤਾ। ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਟ੍ਰੈਟਜੀ ਬਣਾਉਣੀ ਪਏਗੀ ਕਿ ਵੂਮਨ ਥਿੰਕ ਇੰਡੀਪੈਂਡੈਂਟਲੀ, ਮਾਡਰਨ ਵੂਮਨ ਵਿਲ ਥਿੰਕ ਇੰਡੀਪੈਂਡੈਂਟਲੀ। ਉਹ ਸੋਚੇਗੀ ਕਿ ਵਟ ਇਜ਼ ਮਾਈ ਨੀਡ। ਤੇ ਇਸ ਕਰਕੇ ਹੁਣ ਇਸ ਤਰ੍ਹਾਂ ਨਹੀਂ ਹੈ ਕਿ ਬਈ ਸਾਰੇ ਹੁਣ ਜਾਟ ਬੈਲਟ 'ਚ ਵੀ ਉਹਨਾਂ ਨੇ ਜ਼ਿਆਦਾ ਸੀਟਾਂ ਜਿੱਤੀਆਂ, ਜੋ ਕਿਹਾ ਜਾ ਰਿਹਾ ਸੀ ਬਿਕੋਜ਼ ਆਫ ਫਾਰਮ ਲਾਜ਼ ਇਟ ਵਿਲ ਨਾਟ ਹੈਪਨ। ਸੋ ਉਹ ਸਾਰੀਆਂ ਕੈਲਕੂਲੇਸ਼ਨਸ ਹੁਣ BJP ਤੇ ਐਟਲੀਸਟ ਸਮਝ ਚੁੱਕੀ ਹੈ ਕਿ ਵੀ ਹੈਵ ਟੂ ਲੁੱਕ ਐਟ ਇੰਟੀਗ੍ਰੇਟਿਡ ਅਪਰੋਚ, ਰੀਜਨਲਿਜ਼ਮ, ਕਿ ਜਾਤੀਵਾਦ, ਧਰਮਵਾਦ ਨੂੰ ਛੱਡਣਾ ਹੀ ਪਏਗਾ ਲੋਕਾਂ ਨੂੰ, ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕਰਨੀ ਪਏਗੀ, ਤੇ ਓਵਰਆਲ ਨੈਸ਼ਨਲ ਇੰਟੀਗ੍ਰੇਸ਼ਨ ਦੀ ਗੱਲ ਕਰਨੀ ਪਏਗੀ। ਤੇ ਵੈਲਫੇਅਰ ਆਫ ਕੋਰਸ ਦੇ ਆਰ ਸਲਾਈਟਲੀ ਰਾਈਟ ਟੂ ਦੀ ਸੈਂਟਰ, ਤੇ ਪ੍ਰੋ ਪੂਅਰ ਗਵਰਨਮੈਂਟ ਹੈ। ਹਮੇਸ਼ਾ ਹੀ ਪੂਅਰ ਲੋਕੀ ਜਾਂ ਬਿਲੋ ਐਵਰੇਜ ਲੋਕੀ ਦਾ ਨੰਬਰ ਰਹੇਗਾ ਹੀ ਜ਼ਿਆਦਾ, ਹੈ ਨਾ। ਕੋਈ ਵੀ ਐਵਰੇਜ ਬਣ ਜੇ, ਰਾਈਟ। ਸੋ ਪੀਪਲ, ਦੇਰ ਵਿਲ ਬੀ ਵੈਰੀ ਫਿਊ ਪੀਪਲ ਹੂ ਵਿਲ ਬੀ ਵੈਰੀ ਰਿਚ ਐਂਡ ਮੋਸਟ ਆਫ ਦੀ ਪੀਪਲ ਵਿਲ ਬੀ ਮਿਡਲ ਕਲਾਸ ਐਂਡ ਪੂਅਰ ਪੀਪਲ। ਉਹਨਾਂ ਦੀ ਗਰੋਥ ਤੇ ਉਹਨਾਂ ਦੀ ਵੈਲਬੀਇੰਗ ਉਹਨਾਂ ਨੇ ਮੈਨੂੰ ਲੱਗਦਾ ਬੈਟਰ ਤਰੀਕੇ ਨਾਲ ਵਿਦ ਦੀ ਯੂਜ਼ ਆਫ ਟੈਕਨੋਲੋਜੀ ਕਰ ਪਾ ਰਹੇ ਨੇ। ਸਰ ਆਖਰੀ ਸਵਾਲ, ਬੇਸ਼ੱਕ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਹੋਈ, ਪਰ BJP ਨੇ ਵੀ ਬਾਕੀ 4 ਸਟੇਟਸ 'ਚ ਜੀਤ ਹਾਸਲ ਕੀਤੀ। ਇਹ ਜਿਹੜੀ ਜਿੱਤ ਹੈ, ਇਹਦਾ ਕੀ ਇੰਪੈਕਟ ਹੋ ਸਕਦਾ ਹੈ ਆਉਣ ਵਾਲੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ? ਦੇਖੋ ਇੰਪੈਕਟ ਇਹ ਵਾ ਕਿ ਇਟ ਵਿਲ ਬੂਸਟ ਦੀ ਮੋਰਲ ਆਫ ਐਵਰੀਵਨ ਇਨ BJP। ਇਟ ਵਿਲ ਬੇਸਿਕਲੀ ਜਿਹੜੇ ਓਪੋਜੀਸ਼ਨਸ ਨੇ, ਲੋਕੀ ਇਹਨੂੰ ਸੈਮੀਫਾਈਨਲ ਕਹਿੰਦੇ ਨੇ, ਆਈ ਡੋਂਟ ਸੀ ਇਟ ਐਜ਼ ਅ ਸੈਮੀਫਾਈਨਲ, ਕਿਉਂਕਿ ਜਨਰਲੀ ਜਿਹੜੇ ਸਟੇਟ ਇਲੈਕਸ਼ਨਸ ਨੇ ਤੇ ਨੈਸ਼ਨਲ ਇਲੈਕਸ਼ਨਸ ਹੈ, ਉਹਨਾਂ 'ਚ ਪਰਫਾਰਮੈਂਸ ਬੜੀ ਅਲੱਗ ਤਰੀਕੇ ਨਾਲ ਹੁੰਦੀ ਹੈ। BJP ਦਾ ਇੱਕ ਮੇਜਰ, ਮੈਂ ਜਿਵੇਂ ਦੱਸਿਆ, ਇੱਕ ਪਾਵਰਫੁਲ ਟੂਲ ਹੁੰਦਾ ਨੈਸ਼ਨਲਿਜ਼ਮ, ਨੈਸ਼ਨਲ ਸਿਕਿਉਰਿਟੀ, ਨੈਸ਼ਨਲ ਪ੍ਰਾਈਡ। ਉਹ ਪਾਰਟ ਤੇ ਸਟੇਟ ਇਲੈਕਸ਼ਨਸ ਪਲੇ ਨਹੀਂ ਕਰਦਾ। ਜੇ BJP ਨੇ 4 ਸਟੇਟ ਇਲੈਕਸ਼ਨ ਜਿੱਤੀਆਂ ਨੇ, ਮੈਨੂੰ ਲੱਗਦਾ 24 ਵਾਲਾ ਇਲੈਕਸ਼ਨ ਉਹਨਾਂ ਲਈ ਹੋਰ ਸਟਰੋਂਗ ਮੈਂਡੇਟ ਲੈ ਕੇ ਆਏਗਾ। ਦਿਸ ਇਜ਼ ਵਟ ਆਈ ਥਿੰਕ। ਬਾਕੀ 2 ਸਾਲ ਪਏ ਨੇ, ਕੁਛ ਵੀ ਹੋ ਸਕਦਾ। ਇਨ ਦਾ ਮੀਨ ਟਾਈਮ ਆਈ ਥਿੰਕ ਕਿ ਜਦੋਂ ਨੈਸ਼ਨਲ ਇਲੈਕਸ਼ਨ ਆਉਂਦੇ ਨੇ, ਤੁਸੀਂ ਕੋਈ ਵੀ ਰਿਜ਼ਲਟ ਵੇਖ ਲਓ, BJP ਇਨ ਟੂਡੇਜ਼ ਇਨਵਾਇਰਮੈਂਟ ਕਮਸ ਆਊਟ ਐਜ਼ ਅ ਬਿਗਰ ਫੋਰਸ, ਮੋਰ ਪਾਵਰਫੁਲ ਫੋਰਸ। ਤੇ ਇਹਦਾ ਇੰਪੈਕਟ BJP ਲਈ ਤੇ ਪੋਜ਼ਿਟਿਵ ਹੈ, ਬਾਕੀਆਂ ਲਈ ਨੈਗੇਟਿਵ ਹੈ, ਕਿਉਂਕਿ ਇੱਕ ਕਾਡਰ ਲੈਵਲ ਤੇ ਐਂਥੂਸੀਆਜ਼ਮ ਵੱਧ ਜਾਂਦੀ ਹੈ, ਸਪੋਰਟ ਤੁਹਾਨੂੰ ਬਹੁਤ ਮਿਲਦੀ ਹੈ। ਈਵਨ ਦੀ ਮਾਰਕੀਟਸ ਰਿਸਪੌਂਡ ਟੂ ਇਟ। ਤੁਸੀਂ ਵੇਖੋ ਸਾਡਾ ਸੈਂਸੈਕਸ ਵਧਿਆ, BJP ਨੇ ਜੇ 4 ਵੋਟਾਂ ਜਿੱਤੀਆਂ ਨੇ, ਤਾਂ ਈਵਨ ਬਿਜ਼ਨਸ ਹੈਜ਼ ਰਿਸਪੌਂਡਡ ਪੋਜ਼ਿਟਿਵਲੀ ਟੂ ਇਟ।
So it means that this is what the business community also wants. ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। Most welcome. ਸੋ ਇਹ ਸੀ ਜੀ ਅੱਜ ਦੀ ਡਿਸਕਸ਼ਨ। ਇਹੋ ਜਿਹੀ ਜ਼ਰੂਰੀ ਜਾਣਕਾਰੀ ਤੇ ਮੀਨਿੰਗਫੁਲ ਇਨਸਾਈਟਸ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਐਂਡ ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਡਾਊਨਲੋਡ ਆਰ ਐਪ। ਸਤਿ ਸ਼੍ਰੀ ਅਕਾਲ।